ਕਿਸਾਨਾਂ ਦੀ ਜੰਗ ਦਾ ਮੈਦਾਨ ਤਿਆਰ ਹੈ। ਲਗਾਤਾਰ ਜੰਗ ਲੜੀ ਜਾ ਰਹੀ ਹੈ। ਕਿਸਾਨ ਡਟੇ ਹੋਏ ਨੇ, ਦਿੱਲੀ ਨੂੰ ਘੇਰਾ ਪਾਇਆ ਹੋਇਆ। ਪਰ ਦੂਜੇ ਪਾਸੇ ਜਿਨ੍ਹਾਂ ਤੋਂ ਇਹਨਾਂ ਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਰੱਖੀ ਹੋਈ ਹੈ, ਹਕੂਮਤ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਰਹੇ ਨੇ। ਜੇ ਇੱਥੇ ਕਹਿਣਾ ਹੋਵੇ ਕਿ ਵਿਵਾਦਤ ਬਿਆਨ ਆ ਰਹੇ ਨੇ, ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਪਿਛਲੇ ਦਿਨੀ ਮਨੋਹਰ ਲਾਲ ਖੱਟਰ ਜਿਹੜੇ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਬਿਆਨ ਦਿੱਤਾ ਕਿ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਆ ਕਿਸਾਨ, ਉਹ ਤਮਾਸ਼ਾ ਬਣਾ ਰਹੇ ਆ। ਜਿਹੜੇ ਸੱਤਾ ਤੋਂ ਬਾਹਰ ਹੋ ਜਾਂਦੇ ਆ, ਸੱਤਾ ਹਾਸਲ ਕਰਨ ਲਈ ਉਹ ਕੁਝ ਵੀ ਹੱਥ ਕੰਡੇ ਅਪਣਾਉਂਦੇ ਆ। ਇਸ ਤਰ੍ਹਾਂ ਦੇ ਬਿਆਨ ਆ ਰਹੇ ਆ। ਔਰ ਦੂਜੇ ਪਾਸੇ ਚਿੱਠੀ ਤੋਂ ਚਿੱਠੀ ਆ ਰਹੀ ਹੈ ਕਿ ਸਾਡੇ ਨਾਲ ਗੱਲ ਕਰੋ, ਕਿਸਾਨਾਂ ਨੂੰ ਕਿਹਾ ਜਾ ਰਿਹਾ। ਇਸ ਦੇ ਉੱਤੇ ਕਿਸਾਨ ਕੀ ਕਹਿੰਦੇ ਆ, ਆਮ ਪਿੰਡਾਂ ਚੋਂ ਆਏ ਕਿਸਾਨ ਕੀ ਬੋਲਦੇ ਆ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ, ਜਿਸ ਤਰ੍ਹਾਂ ਦੇ ਬਿਆਨ ਆ ਰਹੇ ਆ, ਤੁਹਾਡਾ ਕੀ ਕਹਿਣਾ? ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਲਖਵਿੰਦਰ ਸਿੰਘ ਜੀ, ਬਲਾਕ ਪ੍ਰਧਾਨ ਜ਼ਿਲ੍ਹਾ ਮੋਹਾਲੀ। ਸਾਡੀ ਟੀਮ ਨਾਲ ਹੈ ਮੇਰੇ ਜੈਲਾਰ ਜੀ, ਖਜ਼ਾਨਚੀ ਗੁਰਜੰਟ ਸਿੰਘ ਜੀ, ਤੇ ਸਰਪੰਚ ਖਾਨਪੁਰ ਤੋਂ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜੀ ਬੜੀ, ਤੇ ਹਰਪ੍ਰੀਤ ਸਿੰਘ ਢੋਲ ਕੁਰੜੀ ਤੋਂ। ਸਾਡਾ ਤਾਂ ਇਹੀ ਬਿਆਨ ਹੈ। ਦੇਖੋ, ਖੱਟਰ ਦੇ ਬਿਆਨ ਤੇ ਤਾਂ ਗੱਲ ਮੈਂ ਦੱਸਦਾ, ਜਿਹੜੇ ਉਹ ਤੁਸੀਂ ਬਿਆਨ ਦੇ ਰਹੇ ਨੇ, ਇੱਕ ਭੜਕਾ ਦਾ ਨਤੀਜਾ ਉਹ ਬਖਲਾਹਟ 'ਚ ਆ ਗਏ, ਕਿਉਂਕਿ ਉਹਨਾਂ ਦਾ ਅੰਬਾਲੇ 'ਚ ਵਿਰੋਧ ਹੋਇਆ। ਉਹ ਪਹਿਲਾਂ ਕਹਿੰਦੇ ਸੀ ਨਾ ਵੀ ਅੰਦੋਲਨ ਇਕੱਲਾ ਪੰਜਾਬ ਦਾ, ਹਰਿਆਣੇ ਦਾ ਕਿਸਾਨ ਦੁਖੀ ਨਹੀਂ ਹੈਗਾ। ਉਹਨਾਂ ਨੂੰ ਪਤਾ ਲੱਗ ਗਿਆ ਨਾ, ਜਦੋਂ ਅੰਬਾਲੇ ਤੋਂ ਭਜਾਏ ਉਹਨੂੰ ਰੈਲੀ ਨਹੀਂ ਕਰਨ ਦਿੱਤੀ। ਉਹ ਹੁਣ ਗਏ ਸੀ ਰੈਲੀ ਕਰਨ ਪੰਜਕੂਲੇ। ਉਹਨਾਂ ਨੇ ਬਿਆਨ ਦਿੱਤਾ ਕਿ ਲੋਕ ਤਮਾਸ਼ਾ ਬਣਾ ਰਹੇ ਨੇ, ਬਾਰਡਰ ਤੇ ਬੈਠ ਕੇ ਕਿਸਾਨਾਂ ਨੂੰ ਕਿਹਾ। ਦੇਖੋ, ਤਮਾਸ਼ਾ ਤਾਂ ਉਹ ਬਣਾ ਰਹੇ ਨੇ। ਦੇਖੋ, ਇੱਕ ਬੰਦਾ ਕਦੇ ਰਾਜਨੀਤੀ 'ਚ ਕਦੋਂ ਆਇਆ? ਥੋੜੇ ਵੀਰ ਆ ਕੇ ਪਹਿਲਾਂ ਆਰਐਸ ਦਾ ਮੈਂਬਰ ਹੈ, ਸਿੱਧਾ ਮੁੱਖ ਮੰਤਰੀ ਲਾਤਾ। ਜਦੋਂ ਥੱਲੇ ਲੈਵਲ ਤੋਂ, ਵਰਕਰ ਲੈਵਲ ਤੋਂ ਪ੍ਰੋਗਰੈਸ ਕਰਦਾ, ਉਹਨੂੰ ਪਤਾ ਲੱਗਦਾ ਵੀ ਕੀ ਮੁਸ਼ਕਲਾਂ ਆਉਂਦੀਆਂ, ਕੀ ਨਹੀਂ ਆਉਂਦੀਆਂ। ਇੱਕ ਆਪਾਂ ਸਿੱਧੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਈਏ, ਉਹਨੂੰ ਪਤਾ ਨਹੀਂ ਹੁੰਦਾ ਜ਼ਿੰਮੇਵਾਰੀ ਦਾ। ਇਸੇ ਤਰ੍ਹਾਂ ਦੇ ਬਿਆਨ ਦੇਊਗਾ। ਬਿਲਕੁਲ ਜੀ। ਪਤਾ ਕੀ ਚੱਕਰ ਹੈ, ਉਹਨਾਂ ਦੀ ਇੱਕ ਬੁਖਲਾਹਟ 'ਚ ਆ ਗਏ। ਉਹਨਾਂ ਨੂੰ ਹੁਣ ਨਾ ਪਤਾ ਕੀ ਹੋ ਰਿਹਾ, ਉਹਨਾਂ ਨੂੰ ਕੀ ਹੋ ਗਿਆ ਵੀ ਹਰਿਆਣੇ 'ਚ ਸਾਡਾ ਵਿਰੋਧ, ਇੰਨਾ ਵਿਰੋਧ। ਉਹ ਪਹਿਲਾਂ ਲੋਕਾਂ ਨੂੰ ਕਹਿ ਦਿੰਦੇ ਸੀ, ਮੂਰਖ ਬਣਾ ਦਿੰਦੇ ਸੀ, ਕਹਿੰਦੇ ਹਰਿਆਣੇ ਦਾ ਵਿਰੋਧ ਹੀ ਨਹੀਂ ਹੈਗਾ। ਹਰਿਆਣੇ 'ਚ ਵਿਰੋਧ ਕਰ ਰਹੇ ਤਾਂ ਹੀ ਹੈ ਨਾ, ਜੇ ਕਿਸਾਨ ਵਿਰੋਧ ਕਰ ਰਹੇ ਨੇ। ਹੁਣ ਚੰਡੀ ਮੰਦਰ 'ਚ ਉਹਨਾਂ ਨੇ ਪਹਿਲਾਂ ਕਿਸਾਨ ਉੱਥੇ ਗਏ ਸੀ, ਵਿਰੋਧ ਕਰ ਰਹੇ ਸੀ ਉਹਨਾਂ ਦਾ, ਜਦੋਂ ਪੰਜਕੂਲੇ ਜਾਣਾ ਸੀ ਉਹਨਾਂ ਨੇ। ਉੱਥੇ ਕਿਸਾਨ ਉਹਨਾਂ ਨੇ ਜ਼ਬਰਦਸਤੀ, ਪੁਲਿਸ ਪਿੰਡਾਂ 'ਚ ਗਈ, ਜਲੌਲੀ ਦੇ ਪਿੰਡ 'ਚ ਗਈ, ਉੱਥੋਂ ਕਿਸਾਨ ਚੱਕੇ। ਉਹਨਾਂ ਨੇ ਚੱਕ ਨੂੰ ਇੱਕ ਟਰਾਲੀ ਵਾਲੇ ਕਿਸਾਨੀ ਝੰਡੇ ਲਾ ਕੇ ਬੀਜੇਪੀ ਦੇ ਸਟਿੱਕਰ ਲਾਏ ਪੁਲਿਸ ਨੇ ਜ਼ਬਰਦਸਤੀ। ਕਿੰਨੀ ਧੱਕੇਸ਼ਾਹੀ ਹੈ। ਜੇ ਉਹ ਕਹਿੰਦੇ ਹੈ ਨਾ ਵੀ ਵਿਰੋਧ ਨਹੀਂ ਹੈ, ਫਿਰ ਖੱਟਰ ਸਾਹਿਬ ਬਿਨਾਂ ਸਿਕਿਉਰਿਟੀ ਤੋਂ ਇੱਥੇ ਆ ਜਾਣ। ਇਹ ਵੀ ਤਾਂ ਹਰਿਆਣਾ ਇੱਥੇ ਬੈਠੇ ਆ, ਕਿ ਹਰਿਆਣਾ ਕਿਸੇ ਪਿੰਡ 'ਚ ਦੇ ਦੇਣ। ਜਸਵੰਤ ਟਾਲਾ ਦਾ ਬਿਆਨ, ਉਹ ਕਹਿੰਦੇ ਕਿ ਐਮਐਸਪੀ ਦੀ ਗਰੰਟੀ ਦੇਤੀ ਸਰਕਾਰ ਨੇ, ਸਭ ਤੋਂ ਵੱਡੀ, ਵੀ ਕਿਸਾਨ ਗੱਲਬਾਤ ਹੀ ਰਾਜੀ ਹੋਣ। ਕਿਸਾਨ ਕਿਵੇਂ ਰਾਜੀ ਹੋਣਗੇ? ਐਮਐਸਪੀ ਦੀ ਗਰੰਟੀ ਇਕੱਲੀ ਥੋੜੀ ਚਾਹੀਦੀ ਹੈ, ਐਮਐਸਪੀ ਤਾਂ ਇਕੱਲੇ ਨਹੀਂ। ਹੁਣ ਜਦੋਂ ਇੱਕ ਬੰਦਾ ਪ੍ਰਾਈਵੇਟ ਫੈਕਟਰ ਖੜਾ ਕਰਨ ਵਾਸਤੇ, ਬੀਐਸ ਨੂੰ ਬਰਬਾਦ ਕਰਨ ਵਾਸਤੇ ਸਾਲੋ ਸਾਲ ਆਪਣਾ ਨੈਟ ਫ੍ਰੀ ਦੇ ਸਕਦਾ ਜੀਓ ਦਾ, ਉਹ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਵਾਸਤੇ ਕੀ ਨਹੀਂ ਕਰ ਸਕਦਾ? ਉਹ 10 ਸਾਲ ਵੀ ਸਾਨੂੰ ਰੇਟ ਵੱਧ ਦੇ ਸਕਦਾ। ਹੌਲੀ ਹੌਲੀ ਸਾਨੂੰ ਉਹ ਮਿੱਠਾ ਜ਼ਹਿਰ ਖਿਲਾ ਰਿਹਾ। ਜਦੋਂ ਅਸੀਂ ਜ਼ਹਿਰ ਖਾਣ ਦੇ ਆਦੀ ਹੋ ਜਾਵਾਂਗੇ, ਫਿਰ ਅਸੀਂ ਕੀ ਕਰਾਂਗੇ? ਅਸੀਂ ਫਿਰ ਸਾਡਾ ਕੰਮ ਖਰਾਬ ਹੋਣਾ। ਗੱਲ ਕੱਲੀ ਐਮਐਸਪੀ ਤੱਕ ਸੀਮਤ ਨਹੀਂ ਹੈ, ਹੁਣ ਜ਼ਮੀਨ ਦੀ ਵੀ ਆ ਗਈ ਹੈ ਕਿ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਜ਼ਮੀਨ ਨਾ ਲੈ ਜਾਣ ਕਿਸਾਨਾਂ ਦੀ। ਬਿਲਕੁਲ ਜੀ। ਦੇਖੋ, ਤੁਸੀਂ ਦੇਖੋ ਮੱਧ ਪ੍ਰਦੇਸ਼ 'ਚ ਜਿਹਨੇ ਕੰਪਨੀਆਂ ਕੰਟੈਕਟ ਕਰਿਆ ਸੀਗਾ, ਮੈਂ ਕੱਲੇ ਫੇਸਬੁੱਕ ਪੇਜ, ਸੋਸ਼ਲ ਮੀਡੀਆ ਦੇਖ ਰਿਹਾ ਸੀਗਾ, ਉਹ ਕਿਸਾਨ ਨੇ ਪਾਇਆ ਆਪਣਾ, ਉਹ ਵਿਚਾਰੇ ਦੀ ਫਸਲ ਦੇ ਖੇਤ 'ਚ ਪਈ ਹੈ, ਕੰਪਨੀਆਂ ਨੇ ਵਾਲਿਆਂ ਨੇ ਸੁੱਚ ਬੰਦ ਕਰ ਲਏ, ਆਪਣੇ ਹੱਥ ਪਿੱਛੇ ਖਿੱਚ ਲਏ। ਉਹ ਕਿਸਾਨ ਦੀ ਫਸਲ ਕੌਣ ਖਰੀਦੂਗਾ? ਇਹ ਗੱਲ ਨਾ ਪਤਾ ਕਿ ਭਾਈ ਪੋਲੀਟਿਕਸ ਨਾਲ ਰਿਲੇਟਿਵ ਨੇ। ਇਹ ਮੋਦੀ ਜੀ ਨੇ ਜੋ ਕਰਿਆ ਨਾ, ਕਾਰਪੋਰੇਟ ਘਰਾਣੇ ਦੇ ਹੱਕ ਜੋਗੇ ਕਰ ਰਿਹਾ। ਇਹ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦਾ। ਜਸਵੰਤ ਟਾਲਾ ਦਾ ਵਿਰੋਧ ਕਾਸਤੋਂ ਹੋਇਆ, ਉਹਨਾਂ ਦੇ ਪਿੰਡ ਉਚਾਨਾ ਚਾਹਣਾ ਸੀ, ਉਹਨਾਂ ਦਾ ਹੈਲੀਪੈਡ ਪੜਤਾ ਕਿਸਾਨਾਂ ਨੇ। ਉੱਥੇ ਦੇ ਸਾਬਕਾ ਸਰਪੰਚ ਨੇ ਉਚਾਨਾ ਕਲਾਂ ਦੇ ਕੋਈ, ਕਿਸਾਨਾਂ ਦੇ ਹੱਥ ਜੋ ਆਉਂਦਾ ਉਹ ਖਾੜ ਕੇ ਪਰਾਂ ਨੂੰ ਸੱਟ ਦਿੰਦੇ ਆ ਵੀ ਆ ਜਾਓ। ਪਤਾ ਜੀ, ਕਰਨਾ ਪੈਂਦਾ। ਹੁਣ ਦੱਸੋ ਕੀ ਕਰੀਏ? ਜਦੋਂ ਕੋਈ ਸਾਡੇ ਢਿੱਡ ਦੀ ਰੋਟੀ ਖੋਲੇ ਗਿਆ, ਸਾਡੇ ਗਲ ਨੂੰ ਹੱਥ ਪਾ ਲਿਆ, ਅਸੀਂ ਕੀ ਕਰਾਂਗੇ? ਮਰਦਾ ਬੰਦਾ ਕੀ ਨਹੀਂ ਕਰਦਾ? ਮਰਦਾ ਬੰਦਾ ਮੇਰੇ ਕੋਲ ਹੱਥ ਪੈਰ ਤਾਂ ਮਾਰਦਾ ਹੀ ਆ ਫਿਰ ਬਾਹਰ ਨਿਕਲਣ ਨੂੰ। ਅਸੀਂ ਤਾਂ ਦੇਖੋ, ਤੁਸੀਂ ਬਾਈ ਜੀ ਕੀ ਕਹਿਣਾ ਚਾਹੋਗੇ? ਕਿਉਂਕਿ ਲਗਾਤਾਰ ਮਾਹੌਲ ਆ, ਜਿਹੜਾ ਮਹੀਨਾ ਹੋ ਗਿਆ ਤਕਰੀਬਨ ਤੁਹਾਨੂੰ ਵੀ ਆਇਆਂ ਨੂੰ, ਇੱਥੇ 26 ਤਰੀਕ ਤੋਂ ਦਿੱਲੀ ਵੱਲ ਕੂਚ ਕੀਤਾ ਸੀ। ਜਿਹੜੀਆਂ ਚਿੱਠੀ ਆ ਰਹੀ ਹੈ ਕਿ ਗੱਲਬਾਤ ਲਈ ਕਿਸਾਨ ਰਾਜੀ ਹੋਣ, ਆ ਜਾਣ, ਗੱਲ ਅਸੀਂ ਕਰ ਲੈਂਦੇ ਆ। ਇਹ ਗੱਲਬਾਤ ਕਿਹੜੀ ਚਾਹੁੰਦੀ ਹੈ ਸਰਕਾਰ? ਪਰ ਦੇਖੋ, ਚਿੱਠੀਆਂ ਤਾਂ ਜੀ ਪਹਿਲਾਂ ਦੇਖੋ ਤੁਸੀਂ ਕਿੰਨੀ ਮੀਟਿੰਗਾਂ ਹੋਣੀਆਂ ਪਹਿਲਾਂ, ਹਨਾ, ਸਭ ਬੇਨਤੀਆਂ ਰਹੀਆਂ, ਕੋਈ ਤਾਂ ਨਿਕਲਿਆ ਹੈਗਾ। ਹੁਣ ਵੀ ਚਿੱਠੀਆਂ ਆ ਰਹੀਆਂ, ਉਹਦੇ ਵੀ ਇਹ ਤਾਂ ਲਿਖਦੇ ਨਹੀਂ ਕਿਤੇ ਵੀ ਆ ਜਾਓ, ਕਾਨੂੰਨ ਰੱਦ ਹੋਣਗੇ ਜਾਂ ਕੋਈ ਗੱਲਬਾਤ ਹੋਊਗੀ। ਕਹਿੰਦੇ ਚਿੱਠੀਆਂ ਬੁਲਾਉਂਦੇ ਵੀ ਆ ਜਾਓ, ਗੱਲਬਾਤ ਕਰ ਲਓ, ਬਸ ਆ ਜਾਓ, ਗੱਲਬਾਤ ਕਰ ਲਓ, ਹਨਾ। ਤਾਂ ਹੀ ਫਾਇਦਾ ਇਹ ਰੱਦ ਕਰਨ ਕਾਨੂੰਨ, ਤਾਂ ਹੀ ਕੋਈ ਫਾਇਦਾ ਜਾਣਦੇ ਉੱਥੇ, ਹਨਾ। ਚਲੋ ਬਾਕੀ ਤਾਂ ਅਸੀਂ ਤਾਂ ਵੀ ਡਟੇ ਹੋਏ ਹਾਂ। ਹੁਣ ਮਹੀਨਾ ਹੋ ਗਿਆ, ਬਾਕੀ 6 ਮਹੀਨੇ, ਸਾਲ ਜਾਂ 4 ਸਾਲ ਬੈਠੇ ਰਹਿਣਾ ਅਸੀਂ ਤਾਂ। ਬਾਕੀ ਦੇਖੋ ਸਾਡੇ ਕੀ ਕਰਦੇ ਆ, ਸਾਡੇ ਨੇਤਾ ਨੇ। ਸਾਡੇ ਨਾਲ ਨੌਜਵਾਨਾਂ ਦੇ ਨਾਲ ਬਜ਼ੁਰਗ ਵੀ ਨੇ, ਉਹਨਾਂ ਤੋਂ ਜਾਣਦੇ ਆ। ਬਾਪੂ ਜੀ, ਤੁਸੀਂ ਵੀ ਆਏ ਹੋ, ਅੱਗੇ ਆ ਜਾਓ। ਤੁਸੀਂ ਵੀ ਡਟੇ ਹੋਏ ਆ ਮੈਦਾਨ ਦੇ ਵਿੱਚ, ਮੈਂ ਦੇਖ ਰਿਹਾ ਲਗਾਤਾਰ ਇੱਥੋਂ ਲੰਘਦੇ ਟੱਪਦੇ ਸੇਵਾ 'ਚ ਵੀ ਲੱਗੇ ਹੁੰਦੇ ਹੋ। ਜਿਹੜੇ ਆ ਸਾਰਾ ਮਾਹੌਲ ਬਣਾ ਦਿੱਤਾ ਗਿਆ, ਸਰਕਾਰ ਮੰਨਣ ਨੂੰ ਤਿਆਰ ਨਹੀਂ ਆ, ਤਾਂ ਫਿਰ ਇਹ ਜਾਊ ਕਿਹੜੇ ਪਾਸੇ ਨੂੰ ਕਹਾਣੀ? ਅਸੀਂ ਇਹਨੂੰ ਮਨਾ ਕੇ ਜਾਵਾਂਗੇ ਜੀ ਇੱਥੋਂ, ਚਾਹੇ ਸਾਨੂੰ 6 ਮਹੀਨੇ ਲੱਗ ਜਾਣ, ਸਾਲ ਹੈ। ਪਹਿਲਾਂ ਤਾਂ ਸਾਡੀ ਇਹੀ ਉਹ ਹੈ ਵੀ ਹਾਂ ਵੀ ਇਹ ਕਾਨੂੰਨ ਹੈ ਜਿਹੜੇ ਰੱਦ ਕੀਤੇ ਜਾਣ, ਉਸ ਤੇ ਮਗਰੋਂ ਸਾਡਾ ਉਹ ਹੈ। ਅਸੀਂ ਤਾਂ ਰੱਦ। ਉਮਰ ਕਿੰਨੀ ਹੈ? ਮੇਰੀ ਉਮਰ 66 ਸਾਲ ਹੈ ਜੀ। 66 ਸਾਲ ਹੋ ਗਈ ਹੈ।
ਜਦੋਂ ਬੰਦਾ ਬੁਢਾਪੇ ਵੱਲ ਨੂੰ ਵੱਧ ਰਿਹਾ ਹੁੰਦਾ ਤੇ ਉਹਨੂੰ ਹੋਰ ਸੋਸ਼ਲ ਸਿਕਿਉਰਿਟੀ ਦੀ ਲੋੜ ਹੁੰਦੀ ਹੈ ਵੀ ਸਾਨੂੰ ਸਮਾਜਿਕ ਸੁਰੱਖਿਆ ਹੋਵੇ, ਮਾਣ ਇੱਜ਼ਤ ਮਿਲੇ, ਅਸੀਂ ਬੈਠੇ ਹੋਈਏ, ਸਾਨੂੰ ਇੰਨੀ ਕੁ ਰੋਟੀ ਜੋਗੇ ਹੋ ਜਾਈਏ ਕਿ ਕੰਮ ਵੀ ਨਾ ਕਰਨਾ ਪਵੇ। ਪਰ ਤੁਹਾਨੂੰ ਲੱਗਦਾ ਤੁਹਾਡੀ ਉਮਰ ਦੇ ਜਿਹੜੇ ਬਜ਼ੁਰਗ ਨੇ ਜਾਂ ਇਸ ਤੋਂ ਵੱਧ ਉਮਰ ਦੇ ਆ ਉਹ ਸੌਖੀ ਰੋਟੀ ਖਾ ਸਕਦੇ ਅੱਜ ਦੇ ਸਮੇਂ 'ਚ? ਕਿ ਰੋਟੀ ਅਸੀਂ ਜਦੀ ਖਾ ਸਕਾਂਗੇ, ਸਾਡੀ ਜ਼ਮੀਨਾਂ ਸਾਡੇ ਕੋਲ ਰਹਿਣਗੀਆਂ ਜੀ। ਨਹੀਂ ਸਾਡੇ ਬੇਟਿਆਂ ਨੇ ਸਾਨੂੰ, ਬੱਚਿਆਂ ਨੇ ਸਾਨੂੰ ਕਿਹੜਾ ਰੋਟੀ ਦੇਣੀ ਹੈ ਜੀ? ਅੱਗੇ ਕਹਾਂਗੇ ਵੀ ਜ਼ਮੀਨਾਂ ਤੁਸੀਂ ਸਰਕਾਰ ਨੂੰ ਦੇਤੀਆਂ ਸਾਡੀਆਂ, ਇਸ ਕਰਕੇ ਵੀ ਅਸੀਂ ਜਵਾਕ ਤੁਹਾਨੂੰ ਲਾਂਭੇ ਦੇਣਗੇ ਵੀ ਤੁਸੀਂ ਕਿੱਥੇ ਸੀ ਉਦੋਂ। ਆਉਣ ਵਾਲੀ ਪੀੜ੍ਹੀ ਸਾਨੂੰ ਲਾਂਭੇ ਦੇਗੀ ਵੀ ਤੁਸੀਂ ਕੀ ਕਰਿਆ ਇਸ ਕੇ ਵਿੱਚ, ਵੀ ਸਾਡੀਆਂ ਜ਼ਮੀਨਾਂ ਤੁਸੀਂ ਸਰਕਾਰ ਨੂੰ ਉਹ ਕਰਤੀਆਂ। ਇਹਦਾ ਬਿਲਕੁਲ ਗਲਤ ਕਾਨੂੰਨ ਹੈ ਜੀ, ਇਹ ਰੱਦ ਹੋਣੇ ਚਾਹੀਦੇ। ਅੰਨਦਾਤਾ ਲੜਾਈ ਲੜ ਰਿਹਾ ਲਗਾਤਾਰ ਸੜਕਾਂ ਤੇ ਆ। ਜਿਵੇਂ ਬਜ਼ੁਰਗ ਨੂੰ ਪੁੱਛਿਆ ਅਸੀਂ ਕਿ ਬਣ ਕੀ ਰਿਹਾ ਮਾਹੌਲ, ਰੋਟੀ ਸੌਖੀ ਹੈ, ਰੋਟੀ ਔਖੀ ਹੈ, ਕੀ ਹੈ? ਪਰ ਜ਼ਮੀਨੀ ਪੱਧਰ ਦੀ ਹਕੀਕਤ ਤੁਸੀਂ ਬਿਆਨ ਕਰਦੇ ਹੋ ਤਾਂ ਕਿ ਪਤਾ ਲੱਗ ਹੋ ਸਕਦਾ ਸਰਕਾਰ ਨੂੰ ਕਦੇ ਸਮਝ ਹੀ ਨਾ ਆ ਰਹੀ ਹੋਵੇ। ਸਮਝਾਓ ਤਾਂ ਸਹੀ ਕਿ ਚੱਲ ਕੀ ਰਿਹਾ ਜ਼ਮੀਨੀ ਪੱਧਰ ਤੇ। ਜ਼ਮੀਨੀ ਪੱਧਰ ਤੇ ਭਾਜੀ ਇੱਥੇ ਦੇਖੋ, ਤੂੰ ਹੀ ਕਰ ਲਖਵਿੰਦਰ। ਲਗਾਤਾਰ ਨਾ ਜਿਹੜਾ ਮਾਹੌਲ ਬਣਿਆ ਹੋਇਆ ਇਸੇ ਤਰ੍ਹਾਂ ਦਾ ਬਣਿਆ ਹੋਇਆ ਕਿ ਜ਼ਮੀਨੀ ਹਕੀਕਤ ਸਮਝ ਨਹੀਂ ਆ ਰਹੀ ਮੈਨੂੰ ਲੱਗਦਾ ਸਰਕਾਰ ਨੂੰ। ਤਾਂ ਉਹਨਾਂ ਨੂੰ ਸਮਝਾਉਣ ਵਾਸਤੇ ਕਿਹੜੀ ਚੀਜ਼ ਆ ਕਿ ਇਹਨਾਂ ਨੂੰ ਆਹ ਜਾਦੂ ਦੀ ਛੜੀ ਲੈ ਆਈਏ ਕੋਈ ਸਮਝਾਉਣ ਵਾਸਤੇ, ਜਾਂ ਉਹਨਾਂ ਨੂੰ ਆਹ ਦਿਖਾਈਏ ਆਪਣੇ ਅੱਖੀ ਦੇਖ ਲਓ ਜੀ ਇੰਨੀ ਠੰਡ ਵਿੱਚ ਇੱਥੇ ਬੈਠੇ ਆ ਕਿਸਾਨ? ਦੇਖੋ ਜੀ, ਜੇ ਤਾਂ ਆਪਾਂ ਕਹਾਂਗੇ ਕੋਈ ਗੱਲ, ਕੋਈ ਮੰਨਦਾ ਨਹੀਂ ਇਸ ਗੱਲ ਨੂੰ। ਜੇ ਆਪਾਂ ਕਹਾਂਗੇ ਨਾ ਵੀ ਅਸੀਂ ਠੀਕ ਆ, ਕੋਈ ਨਹੀਂ ਮੰਨਦਾ। ਇਹ ਪਤਾ ਉਦੋਂ ਲੱਗਦਾ ਜਦੋਂ ਆਪਾਂ ਅੱਖੀ ਵੇਖਦੇ ਆ। ਹੁਣ ਤੁਸੀਂ ਮੀਡੀਆ ਕਵਰ ਕਰ ਰਿਹਾ, ਤੁਸੀਂ ਦੇਖੋ ਪਹਿਲਾਂ ਤੁਸੀਂ 2 ਮਹੀਨੇ ਪੰਜਾਬ 'ਚ ਕਵਰ ਕੀਤਾ, ਮਹੀਨਾ ਇੱਥੇ ਉਹ ਚੱਲੇ ਆਪਾਂ ਨੂੰ ਕਵਰ ਕਰਦੇ ਹੋਏ, ਫਿਰ ਤੁਸੀਂ ਹਕੀਕਤ ਦਿਖਾਏ ਰਹੇ ਹੋ। ਉਹਨੂੰ ਇਹ ਹਕੀਕਤ ਦੇਖਣੀ ਚਾਹੀਦੀ। ਹੁਣ ਅਸੀਂ ਤੁਸੀਂ ਦੇਖੋ ਸਾਡੇ ਬਜ਼ੁਰਗ 66 ਸਾਲ ਉਮਰ ਹੈ, ਕਿਸੇ ਦੀ 80 ਸਾਲ ਹੈ, ਕਿਸੇ ਦੀ 90 ਸਾਲ ਹੈ। ਇੱਕ ਸਾਡੇ ਇੱਥੇ ਮਾਈ ਨਾਲ ਸੇਵਾ ਕਰਕੇ ਗਈ ਹੈ ਪਰਸੋਂ, ਅੱਜ ਨਹੀਂ ਆਏ, ਉਹ ਵੈਸੇ ਰੋਜ਼ ਆਉਂਦੇ ਆ। ਉਹਨਾਂ ਦੀ ਉਮਰ 90 ਸਾਲ ਹੈ, ਉਹ ਇੱਥੇ ਪਰੌਂਠੇ ਬਣਾ ਰਹੇ ਸੀਗੇ। ਦੇਖੋ ਉਹ ਇਸ ਟਾਈਮ ਇਹਨਾਂ ਟਾਈਮ ਪਤਾ ਆਰਾਮ ਕਰਨ ਦਾ, ਬੱਚਿਆਂ ਦੇ ਕੋਲ ਬੈਠਣ ਦਾ, ਆਪਣੇ ਪੋਤੇ ਪੋਤੀਆਂ ਕੋਲ ਬੈਠ ਕੇ ਗੱਲਾਂ ਦੱਸਣ ਦਾ ਕਿ ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਈਏ। ਸਾਨੂੰ ਇੱਥੇ ਮੋਦੀ ਸਾਹਿਬ ਨੇ ਇੱਥੇ ਸੜਕਾਂ ਤੇ ਰੋਲਤਾ। ਸਾਡੀ ਕੀ ਤੁਸੀਂ ਜ਼ੀਰੋ ਰਿਪੋਰਟ ਦਿਖਾਏ ਰਹੇ ਹੋ, ਜ਼ੀਰੋ ਗਰਾਊਂਡ ਤੋਂ। ਸਾਡੀ ਹਾਲਤ ਬਹੁਤ ਖਰਾਬ ਹੈ। ਅਸੀਂ ਠੰਡ, ਸਾਡੇ ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇ, ਮਾਈਆਂ ਬੈਠੀ ਨੇ। ਅਸੀਂ ਪਤਾ ਕੀ ਚੱਕਰ, ਅਸੀਂ ਤਾਂ ਮਜਬੂਰ ਹਾਂ ਬੈਠਣ ਨੂੰ। ਅਸੀਂ ਸ਼ੌਂਕ ਦਾਖਲ ਥੋੜੀ ਬੈਠੇ ਹਾਂ ਕੋਈ, ਕਿਉਂਕਿ ਅਸੀਂ ਸਾਡੇ ਆਪਣੇ ਹੱਕ ਲੈਣੇ ਆ। ਜੇ ਸਾਡੀ ਜ਼ਮੀਨ ਹੀ ਨਾ ਰਹੀ ਅਸੀਂ ਕੀ ਕਰਾਂਗੇ? ਅਸੀਂ ਕਿਸੇ ਜੋਗੇ ਨਹੀਂ ਰਹਿਣਾ, ਅਸੀਂ ਦਿਹਾੜੀ ਵੀ ਕਰਨ ਜੋਗੇ ਨਹੀਂ ਰਹਿਣਾ। ਦੇਖੋ ਮਜ਼ਦੂਰ ਦੀ ਦਿਹਾੜੀ ਵੀ ਖਤਮ ਹੋ ਜਾਣੀ ਹੈ। ਇਹ ਸਾਰਾ ਦਾਰੋ ਮਦਾਰ ਘੁੰਮਦਾ ਕਿਸਾਨ ਤੇ ਅੱਗੇ ਘੁੰਮਦਾ। ਕਿਸਾਨ ਹੀ ਚੀਜ਼ ਬਣਾਊਗਾ। ਦੇਖੋ ਜੇ ਹੁਣ ਅਸੀਂ ਅੰਨ ਪੈਦਾ ਕਰਨੇ ਤਾਂ ਸਸਤਾ ਮਿਲਦਾ। ਜੇ ਬਾਜ਼ਾਰਾਂ 'ਚ ਮਿਲਣ ਲੱਗ ਗਿਆ ਪੈਕਟ, ਜਿਵੇਂ ਫੋਰਨ ਕੰਟਰੀਆਂ 'ਚ ਮਿਲਦਾ, ਏਡਾ ਕੁ ਪੈਕਟ ਹੁੰਦਾ ਕਿੰਨੇ ਪਾਉਂਡ ਦਾ? 15 ਯੂਰੋ ਦਾ ਹੁੰਦਾ। ਤੁਸੀਂ ਹਿਸਾਬ ਲਾਓ ਕਿੰਨੇ ਯੂਰੋ ਬਣ ਗਏ ਇੱਥੇ ਆ ਕੇ। ਉਹ 1 ਕਿਲੋ ਦਾ ਵੀ ਨਹੀਂ ਹੁੰਦਾ, 700 ਗ੍ਰਾਮ ਦਾ ਦੇ ਰਹੇ ਨੇ। ਕਿੱਥੇ ਗੱਲ ਗਈ? ਉਹ ਤਾਂ ਕਿਸਾਨ ਦਾ ਉਗਾਇਆ ਹੋਇਆ ਹੀ ਉਹਨੂੰ ਆਪ ਨੂੰ ਮਹਿੰਗੇ ਮੁੱਲ ਤੇ ਖਰੀਦਣਾ ਪਊ। ਉਹ ਕਹਿੰਦੇ ਨੇ ਜੀ, ਜਿਵੇਂ ਆਪਣੇ ਆ ਕੇ ਹੁਣ ਬੱਚੇ ਆ, ਆਪਣੇ ਬੱਚਿਆਂ ਦਾ ਦੇਖ ਕੇ ਦੁੱਖ ਹੁੰਦਾ, ਆਪਾਂ ਨੂੰ ਅੱਗੇ ਕੁਝ ਕਰਦੇ ਆ, ਉਹੀ ਦੁੱਖ ਸਾਨੂੰ ਹੋ ਰਿਹਾ। ਹੁਣ ਅਸੀਂ ਆਪਣੀ ਅਗਵਾਈ ਹੋਈ ਫਸਲ ਆਪ ਮੁੱਲ ਲੈਣੀ ਪੈਗੀ ਸਾਨੂੰ, ਕੱਲ ਨੂੰ ਅਸੀਂ ਕਿੱਥੇ ਜਾਵਾਂਗੇ? ਇਹ ਤਾਂ ਕਾਨੂੰਨ ਬਣਾਏ, ਕਾਨੂੰਨ ਇਹਨਾਂ ਨੇ ਬਣਾਤਾ ਕਿ ਜਮਾਖੋਰੀ ਜਿੰਨੀ ਮਰਜ਼ੀ ਕਰ ਲਓ, ਪਹਿਲਾਂ ਬੈਨ ਸੀਗੀ। ਹੁਣ ਦੇਖੋ ਸਾਡੇ ਕੋਲ ਕਿਹੜਾ ਵੱਡੇ ਉਹ ਬਣਾਏ ਹੋਏ ਨੇ, ਗੋਦਾਮ ਨੇ, ਕੰਪਨੀਆਂ ਕੋਲ ਹੈਗੇ ਨੇ, ਉਹਨੇ ਇਕੱਠੀ ਕਵਰ ਕਰ ਲੈਣੀ ਹੈ। ਹੁਣ ਦੇਖੋ ਪਿੱਛੇ ਆਲੂ ਸਾਰਾ ਖਤਮ ਹੋ ਗਿਆ, 50 40 ਤੋਂ 50 ਵਿਕਿਆ। ਜਦੋਂ ਜ਼ਿਮੀਂਦਾਰਾਂ ਦਾ ਆਇਆ 8-10 8-10, ਦੱਸੋ ਕੀ ਕਰੋਗੇ? 1 ਕਿੱਲੇ ਤੇ ਆਲੂ ਦੇ ਘੱਟੋ ਘੱਟ ਵੀ 30-40 ਹਜ਼ਾਰ ਰੁਪਏ ਖਰਚਾ ਆਉਂਦਾ ਜ਼ਿਮੀਂਦਾਰ ਦਾ। ਬੀਜ ਜਲੰਧਰੋਂ ਆਉਂਦਾ, ਕਿੰਨਾ ਮਹਿੰਗਾ ਬੀਜ ਤਿਆਰ ਹੁੰਦਾ। ਉਹਦੇ ਲੇਬਰ ਲਾ ਲਓ, ਟਰੈਕਟਰ ਦੀ ਬਾਹੀ ਲਾ ਲਓ, 300 ਲੀਟਰ ਡੀਜ਼ਲ ਇੱਕ ਕਿੱਲਾ ਤਿਆਰ ਹੁੰਦਾ, 1 ਏਕੜ। ਫਿਰ ਉਹਦੀ ਲਵਾਈ ਲਾ ਲਓ, ਤੁਸੀਂ ਲਾ ਲਓ 30,000 ਰੁਪਏ, 20 ਤੋਂ 30,000 ਰੁਪਏ ਦਾ ਖਰਚਾ। ਕਿੱਥੇ ਕਰੂਗਾ ਜ਼ਿਮੀਂਦਾਰ? ਪੂਰਾ ਬਹੁਤ ਘੱਟਾ ਪੈ ਰਿਹਾ ਜ਼ਿਮੀਂਦਾਰ ਨੂੰ, ਤਾਂ ਹੀ ਤਾਂ ਖੇਤੀ ਘਾਟੇ ਜਾ ਰਹੀ ਹੈ ਸਾਡੀ। ਆਪ ਹੱਥੀ ਕਿਰਤ ਕਰਦਾ, ਉਗਾਉਂਦਾ ਆ ਅੰਨ ਨੂੰ, ਉਹਦੇ ਪੱਲੇ ਕੁਝ ਨਹੀਂ ਪੈ ਰਿਹਾ। ਪਰ ਜਿਹੜੀਆਂ ਕੰਪਨੀਆਂ ਨੇ ਜਾਂ ਚੰਦ ਘਰਾਣੇ ਆ ਉਹਨਾਂ ਨੂੰ ਸਾਰਾ ਕੁਝ ਦਿੱਤਾ ਜਾ। ਹੁਣ ਦੇਖੋ ਇਹ ਕਹਿੰਦੇ ਨੇ ਕਦੇ ਵਿੱਚੋਂ ਆੜਤੀ ਖਾ ਰਹੇ ਨੇ, ਆੜਤੀ ਨਹੀਂ ਖਾ ਰਹੇ। ਦੇਖੋ ਹੁਣ ਤੁਸੀਂ ਇੱਥੇ ਖੜੇ ਹੋ, ਮੈਂ ਖੜਿਆ, ਜੇ ਮੈਂ ਮਿਹਨਤ ਕਰੂੰਗਾ ਮੈਨੂੰ ਕੋਈ ਡਿਫਿਕਲਟ ਨਹੀਂ। ਮੈਂ ਤੁਹਾਨੂੰ 2 ਪੈਸੇ ਦਊਂਗਾ ਵਿੱਚੋਂ, ਜੇ ਮੈਨੂੰ ਰੁਪਈਆ ਮਿਲ ਰਿਹਾ ਮੈਂ 10 ਪੈਸੇ ਤੁਹਾਨੂੰ ਦੇ ਸਕਦਾ, ਖੁਸ਼ੀ ਹੋ ਕੇ ਦਊਂਗਾ। ਜੇ ਤੁਸੀਂ ਇਹ 90 ਪੈਸੇ ਖਾ ਕੇ 10 ਪੈਸੇ ਮੈਨੂੰ ਮਿਲੇ, ਫਿਰ ਮੇਰੇ ਕੋਲ ਕੀ ਰਹਿ ਗਿਆ? ਇਹ ਕੰਪਨੀ ਨੇ 90 ਪੈਸੇ ਖਾਣੇ, 10 ਪੈਸੇ ਸਾਨੂੰ ਦੇਣੇ ਨੇ। ਹੁਣ ਇਹ ਗੱਲਾਂ ਨੇ ਸਾਰੀਆਂ ਬਾਈ ਜੀ। ਅਸੀਂ ਲਗਾਤਾਰ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਆਖਰਕਾਰ ਜ਼ਮੀਨੀ ਪੱਧਰ ਤੇ ਮੁਸ਼ਕਲ ਕੀ ਹੈ, ਸਰਕਾਰ ਨੂੰ ਸਮਝ ਕਿਉਂ ਨਹੀਂ ਆ ਰਹੀ। ਨਿੱਕੀ ਜੀ ਗੱਲ ਹੈ ਕਿ ਇਹਨਾਂ ਨੂੰ ਖੇਤੀ ਕਾਨੂੰਨ ਜਿਹੜੇ ਕਹਿੰਦੇ ਆ ਕਿ ਸਾਨੂੰ ਨਹੀਂ ਚਾਹੀਦੇ, ਸਰਕਾਰ ਇਹਨਾਂ ਨੂੰ ਦੇਣਾ ਚਾਹੁੰਦੀ ਹੈ। ਜੋ ਇਹ ਚਾਹੁੰਦੇ ਆ ਉਹ ਇਹਨਾਂ ਨੂੰ ਮਿਲ ਨਹੀਂ ਰਿਹਾ। ਇੰਨੀ ਕੁ ਗੱਲ ਹੈ, ਇੰਨੀ ਕੁ ਕਹਾਣੀ ਹੈ। ਜੇਕਰ ਛੇਤੀ ਸਮਝ ਆਉਂਦੀ ਹੈ ਹਕੂਮਤ ਦੇ ਤਾਂ ਠੀਕ ਹੈ, ਨਹੀਂ ਤਾਂ ਫਿਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਡਟੇ ਹੋਏ ਹਾਂ ਤੇ ਆਪਣੇ ਹੱਕ ਲੈ ਕੇ ਜਾਵਾਂਗੇ। ਕੈਮਰਾਮੈਨ ਰਵੀ ਦੇ ਨਾਲ ਸੰਦੀਪ ਲਾਧੂਕਾ, ਸਿੰਘੂ ਬਾਰਡਰ, ਦਿੱਲੀ।